ਹੈਲੋ ਐਂਡ ਵੈਲਕਮ ਟੂ ਟੁਡੇਜ਼ ਵੀਡੀਓ। ਸਭ ਤੋਂ ਪਹਿਲਾਂ ਤਾਂ ਉਮੀਦ ਕਰਦਾ ਤੁਹਾਡੀ ਸਿਹਤ ਠੀਕ ਹੋਊਗੀ ਐਂਡ ਖੁਸ਼ ਹੋਵੋਗੇ। ਮੈਂ ਧੰਨਵਾਦ ਵੀ ਕਰਨਾ ਚਾਹੂੰਗਾ ਉਹਨਾਂ 2-4 ਵਿਊਅਰਸ ਦਾ ਜੋ ਰੈਗੂਲਰਲੀ ਮੇਰੀ ਵੀਡੀਓਜ਼ ਦੇਖਦੇ ਅਤੇ ਇਸ 'ਤੇ ਕਮੈਂਟ ਕਰਦੇ ਆ। ਇੰਨੀ ਹੌਸਲਾ ਅਫਜ਼ਾਈ ਬਹੁਤ ਹੁੰਦੀ ਹੈ ਮੇਰੇ ਲਈ ਵੀਡੀਓਜ਼ ਬਣਾਉਂਦੇ ਰਹਿਣ ਲਈ। ਅਤੇ ਗੱਲਾਂ ਤਾਂ ਮੈਂ ਆਪਣੇ ਮਨ 'ਚ ਵੀ ਇਹ ਕਰਦਾ ਹੀ ਰਹਿੰਦਾ, ਬਟ ਇੱਕ ਕਿਸੇ ਨਾਲ ਇਹ ਗੱਲਾਂ ਸ਼ੇਅਰ ਕਰਨ ਦਾ ਇੱਕ ਮਜ਼ਾ ਹੀ ਅਲੱਗ ਹੁੰਦਾ। ਅੱਜ ਦੀ ਵੀਡੀਓ ਨਾ ਤਾਂ ਦਿਮਾਗ ਵਾਲੀ ਸਾਈਡ ਹੈ ਨਾ ਦਿਲ ਵਾਲੀ ਸਾਈਡ ਹੈ। ਤੁਸੀਂ ਇਹ ਕਹਿ ਸਕਦੇ ਹੋ ਇੱਕ ਇੰਟੈਲੈਕਚੁਅਲ ਕਿਸਮ ਦੀ ਵੀਡੀਓ ਹੈ, ਫਿਲੋਸੋਫੀਕਲ ਕਿਸਮ ਦੀ ਵੀਡੀਓ ਹੈ। ਜ਼ਿੰਦਗੀ ਦਾ ਤਜਰਬਾ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਅਤੇ ਉਮੀਦ ਇਹ ਹੈ ਵੀ ਜੋ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੁਸੀਂ ਵੀ ਇਹਨਾਂ ਨਾਲ ਰਿਲੇਟ ਕਰ ਪਾਓਗੇ। ਸ਼ਾਇਦ ਕਿਤੇ ਨਾ ਕਿਤੇ ਤੁਸੀਂ ਵੀ ਇਸੇ ਤਰੀਕੇ ਨਾਲ ਸੋਚਦੇ ਹੋ, ਅਤੇ ਜੇ ਨਹੀਂ ਵੀ ਰਿਲੇਟ ਕਰ ਪਾਓਗੇ ਤਾਂ ਸ਼ਾਇਦ ਕੋਈ ਇੱਕ ਨਵਾਂ ਇੰਟਰਸਟਿੰਗ ਖਿਆਲ ਤੁਹਾਨੂੰ ਮਿਲੇ। ਜਦ ਮੇਰੀ ਉਮਰ ਹੈਗੀ ਹੈ 33 ਸਾਲ। ਜੇ ਇੱਕ ਔਸਤ ਇਨਸਾਨ ਦੀ ਉਮਰ ਮੰਨ ਲਈਏ 65-70 ਸਾਲ ਹੁੰਦੀ ਹੈ ਤਾਂ ਜ਼ਿੰਦਗੀ ਦੀ ਮੱਧ ਰੇਖਾ 'ਤੇ ਮੈਂ ਪਹੁੰਚ ਚੁੱਕਿਆ। ਵੈਸੇ ਤਾਂ ਜ਼ਿੰਦਗੀ ਦਾ ਤਜਰਬਾ ਜਿਹੜਾ ਉਹ ਕਿੰਨਾ ਵੀ ਹੋਵੇ ਉਹਨੂੰ ਜ਼ਿਆਦਾ ਨਹੀਂ ਗਿਣਿਆ ਜਾ ਸਕਦਾ। ਇਨਸਾਨ ਦੀ ਉਮਰ ਬਹੁਤੀ ਲੰਬੀ ਹੁੰਦੀ ਨਹੀਂ ਹੈ। ਲੇਕਿਨ ਜੋ ਮੇਰੇ 33 ਸਾਲਾਂ 'ਚ ਕੁਛ ਇੰਟਰਸਟਿੰਗ ਅਤੇ ਕੁਛ ਹੈਰਾਨੀਜਨਕ ਚੀਜ਼ਾਂ ਮੈਂ ਜ਼ਿੰਦਗੀ 'ਚ ਓਬਜ਼ਰਵ ਕੀਤੀਆਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ। ਸਭ ਤੋਂ ਪਹਿਲੀ ਚੀਜ਼, ਮੈਨੂੰ ਇਸ ਗੱਲ 'ਤੇ ਬੜੀ ਹੈਰਾਨੀ ਹੁੰਦੀ ਹੈ ਕਿ ਮੇਰੀ ਜ਼ਿੰਦਗੀ ਮੈਨੂੰ ਇੱਦਾਂ ਲੱਗਦਾ ਕਿ ਕਿੰਨੀ ਤੇਜ਼ੀ ਨਾਲ ਲੰਘੀ ਹੈ। ਜਦੋਂ ਮੈਂ ਆਪਣੇ ਬਚਪਨ ਬਾਰੇ ਸੋਚਦਾ ਉਹ ਵਕਤ ਬਾਰੇ, ਜਦੋਂ ਮੈਂ ਦਰਖਤਾਂ 'ਤੇ ਚੜ੍ਹ ਰਿਹਾ ਸੀ, ਟੀਚਰਸ ਤੋਂ ਝਿੜਕਾਂ ਖਾ ਰਿਹਾ ਸੀ, ਨਹਾਉਣਾ ਨਹੀਂ ਸੀ ਚਾਹੁੰਦਾ ਅਤੇ ਮੇਰੇ ਮਦਰ ਮੈਨੂੰ ਘੜੀਸ ਘੜੀਸ ਕੇ ਬਾਥਰੂਮ 'ਚ ਲੈ ਜਾਂਦੇ ਸੀਗੇ, ਅਤੇ ਹੋਰ ਸਾਰੇ ਉਹ ਕਿੱਸੇ ਅਤੇ ਮੈਮਰੀਜ਼ ਉਹ ਇੱਦਾਂ ਲੱਗਦਾ ਵੀ ਕੱਲ੍ਹ ਦੀ ਗੱਲ ਆ। ਇੱਦਾਂ ਲੱਗਦਾ ਹੀ ਨਹੀਂ ਕਿ ਵੱਡੇ ਹੋ ਗਿਆ। ਇਨਫੈਕਟ ਜੇ ਆਪਣੇ ਅੰਦਰ ਮੈਂ ਨਿਗਾਹ ਮਾਰਾਂ ਤਾਂ ਜਦੋਂ ਮੈਂ ਇਕੱਲਾ ਬੈਠਾ ਹੁੰਦਾ, ਯਾਨੀ ਜਦੋਂ ਮੈਂ ਆਪਣੇ ਬੱਚਿਆਂ ਨਾਲ ਬੈਠਾ ਹੁੰਦਾ ਤਾਂ ਮੈਂ ਇੱਕ ਬਾਪ ਦੀ ਫੀਲਿੰਗ ਲੈ ਰਿਹਾ ਹੁੰਦਾ, ਵਾਈਫ ਨਾਲ ਮੈਂ ਇੱਕ ਪਤੀ ਦੀ। ਲੇਕਿਨ ਜਦੋਂ ਮੈਂ ਇਕੱਲਾ ਬੈਠਾ ਹੁੰਦਾ ਕਦੇ ਕਦੇ ਜਦੋਂ ਮੈਂ ਅੱਖਾਂ ਮੀਚ ਕੇ ਆਪਣੇ ਬਾਰੇ ਸੋਚਦਾ ਤਾਂ ਅੰਦਰੋਂ ਮੈਨੂੰ ਉਹੀ ਬਾਲਪਨਾ ਮਹਿਸੂਸ ਹੁੰਦਾ। ਮੈਨੂੰ ਇੱਦਾਂ ਲੱਗਦਾ ਕਿ ਸਾਡੇ ਬਿਲਕੁਲ ਜੜ ਦੇ ਅੰਦਰ, ਕੋਰ ਦੇ ਅੰਦਰ ਜੋ ਫੀਲਿੰਗ ਹੈ ਉਹ ਕਦੇ ਵੀ ਨਹੀਂ ਬਦਲਦੀ। ਬਚਪਨ 'ਚ ਆਪਣੇ ਬਾਰੇ ਜਿੱਦਾਂ ਅਸੀਂ ਫੀਲ ਕਰਦੇ ਹੁੰਦੇ ਬਿਲਕੁਲ ਵੱਡੇ ਹੋ ਕੇ ਵੀ ਉੱਦਾਂ ਹੀ ਕਰਦੇ ਹਾਂ। ਬਸ ਇਹ ਹੈ ਕਿ ਆਸੇ ਪਾਸੇ ਸ਼ੋਰ ਸ਼ਰਾਬਾ ਵੱਧ ਜਾਂਦਾ। ਦਾਦਾ ਜੀ ਦਾ ਇੱਕ ਕਿੱਸਾ ਵੀ ਯਾਦ ਆਉਂਦਾ ਅਤੇ ਦਾਦਾ ਜੀ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ। ਮੇਰੇ ਦਾਦਾ ਜੀ ਜਿਹੜੇ ਸੀਗੇ ਬੜੇ ਲੰਬੇ ਤਗੜੇ ਇਨਸਾਨ ਸੀਗੇ, 6 ਫੁੱਟ 4 ਇੰਚ, ਬਹੁਤ ਤਕੜਾ ਉਹਨਾਂ ਦਾ ਕਿਰਦਾਰ ਸੀਗਾ। ਪਿੰਡ ਦੇ ਅੰਦਰ ਕੋਈ ਬੰਦਾ ਅੱਖ ਨਾਲ ਅੱਖ ਰਲਾ ਕੇ ਗੱਲ ਨਹੀਂ ਕਰ ਸਕਦਾ ਸੀਗਾ। ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਉਹਨਾਂ ਨੇ ਇੱਦਾਂ ਦਾ ਵੀ ਸੀਗਾ ਜਦੋਂ ਉਹ ਨਿਹੰਗ ਸਿੰਘ ਦੇ ਬਾਣੇ 'ਚ ਰਹਿੰਦੇ ਸੀਗੇ ਤਾਂ ਬੜੇ ਇੰਟੀਮੀਡੇਟਿੰਗ, ਡਰਾਵਨੇ ਕਿਸਮ ਦੀ ਉਹਨਾਂ ਦੀ ਪਰਸਨੈਲਿਟੀ ਸੀ ਅਤੇ ਬੜੇ ਮਜ਼ਬੂਤ ਵੀ ਸੀ ਇਮੋਸ਼ਨਲੀ। ਮੈਂ ਜ਼ਿੰਦਗੀ 'ਚ ਜੇ ਉਹਨਾਂ ਨੂੰ ਕਦੇ ਰੋਂਦੇ ਦੇਖਿਆ ਤਾਂ ਸਿਰਫ ਇੱਕ ਵਾਰ, ਉਹ ਵੀ ਸਿਰਫ ਇੱਕ ਹੰਝੂ ਇੱਕ ਅੱਖ 'ਚ। ਉਹਨਾਂ ਦੇ ਭਗਵਟ ਯਾਰ ਜੋ ਸੀਗੇ ਐਂਡ ਓਬਵੀਅਸਲੀ ਮੇਰੇ ਵੀ ਉਹ ਦਾਦਾ ਜੀ ਫਿਰ ਲੱਗੇ। ਉਹਨਾਂ ਦੀ ਜਦੋਂ ਡੈਥ ਹੋਈ ਸੀ ਮੇਰੇ ਦਾਦਾ ਜੀ ਨੇ ਉਦੋਂ ਇੱਕ ਹੰਝੂ ਕੱਢਿਆ ਸੀਗਾ। ਸਾਰੀ ਜ਼ਿੰਦਗੀ 'ਚ ਕਿਸੇ ਨੇ ਉਹਨਾਂ ਦੇ ਅੱਖ 'ਚ ਹੰਝੂ ਨਹੀਂ ਦੇਖਿਆ ਹੋਣਾ ਸ਼ਾਇਦ। ਤਾਂ ਮੇਰੇ ਦਾਦਾ ਜੀ ਜਿਹੜੇ ਆ ਜਦੋਂ ਉਹ 90 ਸਾਲ ਦੇ ਸੀਗੇ, ਡੈਥ ਤੋਂ ਕੋਈ 1 ਮਹੀਨਾ ਪਹਿਲਾਂ, ਡੈਥ ਵੇਲੇ ਅਨਫੋਰਚੂਨੇਟਲੀ ਮੈਂ ਉਹਨਾਂ ਕੋਲ ਨਹੀਂ ਸੀਗਾ। ਉਹਨਾਂ ਨੇ ਚੂਲਾ ਤੁੜਾ ਲਿਆ ਸੀ ਡਿੱਗ ਕੇ ਐਂਡ ਉਹ ਮੰਜੇ 'ਤੇ ਪਏ ਸੀਗੇ ਅਤੇ ਮੈਂ ਉਹਨਾਂ ਦੀ ਬਾਹੀ 'ਤੇ ਬੈਠਾ ਸੀਗਾ ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਹਰਦੇਵ, ਪਤਾ ਨਹੀਂ ਲੱਗਿਆ ਵੀ ਜ਼ਿੰਦਗੀ ਇੰਨੀ ਤੇਜ਼ੀ ਨਾਲ ਲੰਘ ਕਿਵੇਂ ਗਈ। ਉਹਨਾਂ ਨੇ ਕਿਹਾ ਮੈਨੂੰ ਲੱਗਦਾ ਵੀ ਕੱਲ੍ਹ ਦੀ ਗੱਲ ਸੀ ਜਦੋਂ ਮੈਂ ਵਿਹੜੇ 'ਚ ਖੇਡਦਾ ਫਿਰਦਾ ਸੀਗਾ, ਠੀਕ ਹੈ, ਛੋਟਾ ਜਿਹਾ ਬੱਚਾ ਸੀਗਾ। ਇੱਦਾਂ ਲੱਗਦਾ ਹੀ ਨਹੀਂ ਵੀ 90 ਸਾਲ ਜ਼ਿੰਦਗੀ ਦੇ ਗੁਜ਼ਰ ਗਏ ਨੇ। ਅਤੇ ਉਹਨਾਂ ਨੇ ਬੜੇ ਇਮੋਸ਼ਨ ਨਾਲ ਇਹ ਗੱਲ ਕਹੀ। ਅਤੇ ਜਦੋਂ ਕੋਈ ਇੱਦਾਂ ਦਾ ਇਨਸਾਨ ਜੋ ਅਕਸਰ ਆਪਣੇ ਇਮੋਸ਼ਨ ਵਿਅਕਤ ਨਾ ਕਰਦਾ ਹੋਵੇ, ਜਦੋਂ ਉਹ ਇੱਦਾਂ ਦੀ ਗੱਲ ਕਹੇ ਤਾਂ ਉਹ ਇਮੋਸ਼ਨ ਦਾ ਵਜ਼ਨ ਬਹੁਤ ਵੱਧ ਜਾਂਦਾ। ਅਤੇ ਉਸ ਪਲ ਮੈਨੂੰ ਇਹ ਰੀਅਲਾਈਜ਼ ਹੋਇਆ ਕਿ ਸ਼ਾਇਦ ਇਹ ਹਰ ਇੱਕ ਦਾ ਹੀ ਕਿੱਸਾ ਹੈ। ਹਰ ਇਨਸਾਨ ਜਦੋਂ ਆਪਣੀ ਜ਼ਿੰਦਗੀ ਵੱਲ ਮੁੜ ਕੇ ਦੇਖਦਾ ਤਾਂ ਇੱਦਾਂ ਹੀ ਲੱਗਦਾ ਵੀ ਬਸ ਜ਼ਿੰਦਗੀ ਇੱਦਾਂ ਹੀ ਲੰਘ ਗਈ ਹੈ। ਖੈਰ ਇਹ ਇੱਕ ਓਬਜ਼ਰਵੇਸ਼ਨ ਹੈ, ਸ਼ਾਇਦ ਤੁਸੀਂ ਵੀ ਇੱਦਾਂ ਹੀ ਸੋਚਦੇ ਹੋ। ਅੱਛਾ, ਦੂਜੀ ਓਬਜ਼ਰਵੇਸ਼ਨ ਜਿਹੜੀ ਹੈ ਉਹ ਇਹ ਹੁੰਦੀ ਹੈ ਕਿ ਜਦੋਂ ਮੈਂ ਛੋਟਾ ਹੁੰਦਾ ਸੀਗਾ ਤਾਂ ਮੈਨੂੰ ਇਹ ਲੱਗਦਾ ਹੁੰਦਾ ਸੀਗਾ ਕਿ ਜਿਹੜੇ ਵੱਡੇ ਲੋਕ ਹੈ ਨਾ, ਉਹਨਾਂ ਦੇ ਹੈਵ ਦੇਅਰ ਲਾਈਫ ਸੌਰਟਡ। ਉਹਨਾਂ ਨੂੰ ਜ਼ਿੰਦਗੀ ਦਾ ਪਤਾ ਹੈ, ਦੇ ਹੈਵ ਇਟ ਫਿਗਰਡ ਆਊਟ ਕਿ ਜ਼ਿੰਦਗੀ ਕਿੱਦਾਂ ਜਿਉਣੀ ਹੈ। ਲੱਗਦਾ ਸੀਗਾ ਕਿ ਇਹ ਵੱਡੇ ਲੋਕਾਂ ਦਾ ਜਿਹੜਾ ਸਮਾਜ ਹੈ, ਇੱਕ ਸਾਡੇ ਬੱਚਿਆਂ ਦਾ ਸਮਾਜ ਸੀ, ਇੱਕ ਵੱਡੇ ਲੋਕਾਂ ਦਾ ਸਮਾਜ ਹੈ। ਇਹਨਾਂ ਨੂੰ ਸਭ ਕੁਝ ਪਤਾ ਹੈ, ਇਹਨਾਂ ਨੂੰ ਜ਼ਿੰਦਗੀ ਦੀ ਹਰ ਦਿੱਕਤ ਦਾ ਹੱਲ ਪਤਾ ਹੈ, ਇਹਨਾਂ ਨੂੰ ਪਤਾ ਹੈ ਜ਼ਿੰਦਗੀ ਦੇ ਜਿਹੜੇ ਵੱਡੇ ਸਵਾਲ ਨੇ ਕਿ ਜ਼ਿੰਦਗੀ ਕਿੱਦਾਂ ਜਿਉਣੀ ਹੈ। ਦੇ ਹੈਵ ਇਟ ਆਲ ਸੌਰਟਡ ਆਊਟ। ਬਟ ਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਗਿਆ ਮੈਨੂੰ ਰੀਅਲਾਈਜ਼ ਹੋਇਆ ਕਿ ਵੱਡਿਆਂ ਅਤੇ ਬੱਚਿਆਂ 'ਚ ਕੋਈ ਬਹੁਤਾ ਫਰਕ ਹੈ ਨਹੀਂ ਗਾ। ਹਰ ਕੋਈ ਇੱਥੇ ਕਨਫਿਊਜ਼ਡ ਹੈ, ਹਰ ਕੋਈ ਗਵਾਚਿਆ ਹੋਇਆ। ਫਰਕ ਸਿਰਫ ਇੰਨਾ ਹੈ ਵੀ ਇੱਕ ਇਨਸਾਨ ਜੰਗਲ 'ਚ ਗਵਾਚ ਜੇ ਅਤੇ ਉਹ ਮੰਨੇ ਨਾ ਕਿ ਮੈਂ ਗਵਾਚਿਆ, ਅਤੇ ਇੱਕ ਇਨਸਾਨ ਜੰਗਲ 'ਚ ਗਵਾਚਿਆ ਅਤੇ ਉਹ ਡਰਿਆ ਫਿਰਦਾ ਗਵਾਚਿਆ। ਬਸ ਆਹੀ ਫਰਕ ਹੈ, ਗਵਾਚੇ ਸਾਰੇ ਪਏ ਆ। ਮੈਂ ਮਹਿਸੂਸ ਕੀਤਾ ਕਿ ਕੋਈ ਇਨਸਾਨ ਬਹੁਤਾ ਕੌਨਫੀਡੈਂਟ ਹੈ ਤਾਂ ਉਹ ਬਹੁਤਾ ਸਿਆਣਾ ਨਹੀਂ ਹੈ। ਅਤੇ ਅਕਸਰ ਤੁਸੀਂ ਦੇਖੋਗੇ ਕਿ ਜਿਹੜੇ ਬਹੁਤੇ ਸਿਆਣੇ ਲੋਕ ਹੈ ਉਹ ਬਹੁਤੇ ਦਾਅਵਿਆਂ ਨਾਲ ਗੱਲ ਨਹੀਂ ਕਰਦੇ। ਉਹਨਾਂ ਨੂੰ ਇਹ ਜ਼ਿੰਦਗੀ ਦੀ ਜਿਹੜੀ ਉਲਝਣ ਹੈ, ਜ਼ਿੰਦਗੀ ਦੀ ਜਿਹੜੀ ਕਸ਼ਮਕਸ਼ ਹੈ, ਜ਼ਿੰਦਗੀ ਇੱਕ ਸਵਾਲ ਦੇ ਤੌਰ 'ਤੇ ਜਿਹਦੇ ਉਹਨਾਂ ਕੋਲ ਜਵਾਬ ਨਹੀਂ ਹੈ, ਉਹ ਉਸ ਨੂੰ ਸਮਝਦੇ ਆ। ਉਹਨਾਂ ਦਾ ਇੰਨਾ ਕੁ ਇੰਟਲੈਕਟ ਹੈਗਾ। ਮੈਨੂੰ ਬਰਟਰੈਂਡ ਰਸਲ ਜੋ ਇੱਕ ਮਹਾਨ ਫਿਲੋਸਫਰ ਹੋਇਆ ਸੀਗਾ, ਵਨ ਆਫ ਦਾ ਬਿਗੇਸਟ ਫਿਲੋਸਫਰਸ ਆਫ ਵੈਸਟਰਨ ਵਰਲਡ,
ਉਹਦੀ ਮੈਨੂੰ ਇੱਕ ਕੋਟ ਯਾਦ ਆਉਂਦੀ ਹੈ ਜੋ ਪੰਜਾਬੀ 'ਚ ਕੁਛ ਇਸ ਤਰ੍ਹਾਂ ਹੈ ਕਿ ਦੁਨੀਆ ਦੀ ਸਮੱਸਿਆ ਇਹ ਹੈ ਕਿ ਇੱਥੇ ਮੂਰਖ ਲੋਕਾਂ 'ਚ ਕੌਨਫੀਡੈਂਸ ਬਹੁਤ ਹੈ ਅਤੇ ਜਿਹੜੇ ਲੋਕ ਸਿਆਣੇ ਨੇ ਉਹਨਾਂ ਦੇ ਅੰਦਰ ਕੌਨਫੀਡੈਂਸ ਦੀ ਕਮੀ ਹੈ। ਸਾਈਕੋਲੋਜੀ ਦੀ ਭਾਸ਼ਾ 'ਚ ਵੈਸੇ ਇਹਨੂੰ ਡਨਿੰਗ ਕਰੂਗਰ ਇਫੈਕਟ ਕਿਹਾ ਜਾਂਦਾ, ਉਹਦੇ ਬਾਰੇ ਗੱਲ ਕਦੇ ਫੇਰ ਕਰਾਂਗੇ। ਮਤਲਬ ਬੇਸਿਕਲੀ ਕੀ ਹੁੰਦਾ ਕਿ ਤੁਸੀਂ ਜਿੰਨੇ ਜ਼ਿਆਦਾ ਸਿਆਣੇ ਹੋ ਤੁਹਾਨੂੰ ਉਨਾ ਜ਼ਿਆਦਾ ਰੀਅਲਾਈਜ਼ ਹੁੰਦਾ ਰਹਿੰਦਾ ਕਿ ਤੁਹਾਨੂੰ ਨਹੀਂ ਪਤਾ ਚੀਜ਼ਾਂ ਬਾਰੇ, ਅਤੇ ਤੁਸੀਂ ਜਿੰਨੇ ਘੱਟ ਸਿਆਣੇ ਹੁੰਦੇ ਹੋ ਉਹਨਾਂ ਤੁਹਾਨੂੰ ਦਾਅਵਾ ਹੁੰਦਾ ਕਿ ਮੈਨੂੰ ਚੀਜ਼ਾਂ ਬਾਰੇ ਪਤਾ ਹੈ। ਤਾਂ ਇਹ ਜਿਹੜਾ ਬਚਪਨ ਦਾ ਮੇਰਾ ਬ੍ਰਹਮ ਸੀਗਾ ਇਹ ਵੱਡੇ ਹੋ ਕੇ ਟੁੱਟਿਆ। ਕਿਸੇ ਨੂੰ ਕੁਛ ਨਹੀਂ ਪਤਾ, ਚਿੱਟਾ ਦਾੜਾ ਹੋਣਾ, ਠੀਕ ਹੈ, ਸਿਰ ਦੇ ਵਾਲ ਚਿੱਟੇ ਹੋਣਾ, ਕਿਸੇ ਧਰਮ ਦਾ ਬਹੁਤ ਵੱਡਾ ਆਗੂ ਹੋਣਾ ਜਾਂ ਕਿਸੇ ਯੂਨੀਵਰਸਿਟੀ 'ਚ ਬਹੁਤ ਵੱਡਾ ਪ੍ਰੋਫੈਸਰ ਹੋਣਾ, ਇਹ ਸਾਰੀਆਂ ਚੀਜ਼ਾਂ ਸਿਰਫ ਦਿਖਣ 'ਚ ਲੱਗਦੀਆਂ ਕਿ ਇਹਨਾਂ ਨੇ ਸਭ ਕੁਝ ਸੌਰਟ ਆਊਟ ਕੀਤਾ ਹੋਇਆ, ਬਲਕਿ ਫ਼ਰਕ ਸਿਰਫ ਕੌਨਫੀਡੈਂਸ ਦਾ। ਤੀਸਰੀ ਚੀਜ਼, ਅਤੇ ਬੜੀ ਹੀ ਇੰਪੋਰਟੈਂਟ ਚੀਜ਼ ਆ, ਜਿਵੇਂ ਜਿਵੇਂ ਮੈਂ ਵੱਡਾ ਹੋਈ ਗਿਆ ਮੈਂ ਇੱਕ ਚੀਜ਼ ਰੀਅਲਾਈਜ਼ ਕੀਤੀ ਹੈ, ਅਤੇ ਖਾਸ ਕਰਕੇ ਪਿਛਲੇ 5-10 ਸਾਲਾਂ 'ਚ ਬਹੁਤ ਜ਼ਿਆਦਾ, ਕਿ ਸਾਡੇ ਇੱਥੇ ਇੱਕ ਸਾਇਲੈਂਟ ਮਹਾਂਮਾਰੀ ਚੱਲ ਰਹੀ ਹੈ। ਜਦੋਂ ਕੋਰੋਨਾ ਆਇਆ ਸੀ ਉਹ ਸਾਇਲੈਂਟ ਮਹਾਂਮਾਰੀ ਨਹੀਂ ਸੀ, ਲੋਕ ਇੱਧਰ ਉੱਧਰ ਮਰ ਰਹੇ ਸੀਗੇ, ਲੋਕਾਂ ਦੇ ਅੰਦਰ ਖੌਫ ਸੀ, ਲੇਕਿਨ ਇੱਕ ਬਿਮਾਰੀ ਸਾਡੇ ਸਮਾਜਾਂ ਦੇ ਅੰਦਰ ਇੱਦਾਂ ਦੀ ਵੀ ਚੱਲ ਰਹੀ ਹੈ ਜੋ ਕੋਈ ਆਵਾਜ਼ ਨਹੀਂ ਕਰਦੀ, ਜਿਹਦੀ ਕੋਈ ਦਹਿਸ਼ਤ ਨਹੀਂ ਹੈ, ਲੇਕਿਨ ਉਹ ਸਾਨੂੰ ਖਤਮ ਕਰ ਰਹੀ ਹੈ। ਮੈਂ ਗੱਲ ਕਰ ਰਿਹਾ ਮਾਨਸਿਕ ਬਿਮਾਰੀਆਂ ਦੀ, ਮੈਂਟਲ ਹੈਲਥ ਇਸ਼ੂਜ਼ ਦੀ। ਤਾਂ ਮੈਂ ਕੁਝ ਆਬਜ਼ਰਵੇਸ਼ਨ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ ਅਤੇ ਫਿਰ ਮੈਂ ਤੁਹਾਨੂੰ ਦੱਸੂੰਗਾ ਕਿ ਮੈਨੂੰ ਸਾਇਲੈਂਟ ਐਪੀਡੈਮਿਕ ਕਿਉਂ ਕਹਿਣਾ। ਅਤੇ ਪਹਿਲੀ ਆਬਜ਼ਰਵੇਸ਼ਨ, ਮੰਨ ਲਓ ਕੋਈ ਇਨਸਾਨ ਖੁਦ ਦੀ ਜਾਨ ਲੈ ਲੈਂਦਾ, ਸੁਸਾਈਡ ਕਰ ਲੈਂਦਾ, ਤੁਸੀਂ ਦੇਖਿਆ ਸਾਡਾ ਰਿਐਕਸ਼ਨ ਕੀ ਹੁੰਦਾ। ਆਮ ਤੌਰ 'ਤੇ ਜਿਹੜਾ ਰਿਐਕਸ਼ਨ ਦੇਖਣ ਨੂੰ ਮਿਲਦਾ ਉਹ ਇਹ ਹੁੰਦਾ ਗਾ ਕਿ ਅਸੀਂ ਇੱਕ ਇਮੈਜਿਨਰੀ ਇਨਸਾਨ ਨੂੰ ਮੱਤ ਦੇ ਰਹੇ ਹਾਂ ਜੋ ਮਰ ਚੁੱਕਿਆ ਕਿ ਯਾਰ ਸੁਸਾਈਡ ਇਹਦਾ ਜਵਾਬ ਨਹੀਂ ਸੀਗਾ, ਜ਼ਿੰਦਗੀ ਦੀਆਂ ਮੁਸ਼ਕਿਲਾਂ ਦਾ ਜਵਾਬ ਸੁਸਾਈਡ ਨਹੀਂ ਹੈ। ਜਾਂ ਆਪਾਂ ਕਹਿੰਦੇ ਹਾਂ ਕਿ ਇਹ ਤਾਂ ਕਾਇਰ ਲੋਕ ਹੁੰਦੇ ਆ ਜੋ ਸੁਸਾਈਡ ਕਰਦੇ, ਜਾਂ ਆਪਾਂ ਕਹਿੰਦੇ ਹਾਂ ਕਿ ਯਾਰ ਆਪਦੀ ਮਾਂ ਬਾਰੇ ਤਾਂ ਸੋਚ ਲੈਂਦਾ, ਬਾਪ ਬਾਰੇ ਤਾਂ ਸੋਚ ਲੈਂਦਾ, ਬੱਚਿਆਂ ਬਾਰੇ ਤਾਂ ਸੋਚ ਲੈਂਦਾ। ਅਸੀਂ ਇੱਦਾਂ ਦੀਆਂ ਗੱਲਾਂ ਕਰਦੇ ਹਾਂ, ਇਹ ਸਾਡਾ ਰਿਐਕਸ਼ਨ ਹੈ। ਦੂਸਰੀ ਚੀਜ਼, ਕਦੇ ਕਦੇ ਇੱਕ ਬੜੀ ਦਹਿਸ਼ਤ ਭਰੀ ਖਬਰ ਜਿਹੜੀ ਹੈ ਉਹ ਅਖਬਾਰਾਂ 'ਚ ਆਉਂਦੀ ਹੈ ਕਿ ਇੱਕ ਮਾਂ ਨੇ ਆਪਣੇ ਬੱਚੇ ਦਾ ਕਤਲ ਕਰਤਾ। ਸਾਡਾ ਰਿਐਕਸ਼ਨ ਕੀ ਹੁੰਦਾ ਜੀ, ਕਲਯੁਗ ਆ ਗਿਆ, ਇਹ ਮਾਂ ਤਾਂ ਰਾਖਸ਼ਸ ਸੀਗੀ, ਮਾਂ ਨਹੀਂ ਸੀਗੀ। ਤੀਸਰੀ ਚੀਜ਼, ਅਸੀਂ ਦੇਖਦੇ ਹਾਂ ਕਿ ਕੋਈ ਰਿਲੀਜੀਅਸ ਜਗ੍ਹਾ 'ਤੇ ਅਟੈਕ ਹੋ ਗਿਆ, ਖਾਸ ਕਰ ਅੱਜ ਕੱਲ੍ਹ ਜੋ ਬੇਅਦਬੀਆਂ ਦਾ ਮਸਲਾ ਚੱਲ ਰਿਹਾ, ਤਾਂ ਜਦੋਂ ਵੀ ਕੋਈ ਸਿਰ ਫਿਰਿਆ ਪਾਗਲ ਕਿਸਮ ਦਾ ਇਨਸਾਨ ਜਦੋਂ ਗੁਰਦੁਆਰੇ 'ਚ ਆ ਵੜਦਾ ਹੈ ਅਤੇ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ, ਬੇਅਦਬੀ ਨਹੀਂ, ਜਾਂ ਊਟ ਪਟਾਂਗ ਬਿਹੇਵੀਅਰ ਕਰ ਦਿੰਦਾ, ਉਸ ਨੂੰ ਵੀ ਪਤਾ ਨਹੀਂ ਕਿਉਂ ਅਸੀਂ ਬੇਅਦਬੀ ਕਹਿ ਦਿੰਦੇ ਹਾਂ, ਤਾਂ ਫਿਰ ਨਾਲ ਦੀ ਨਾਲ ਸਾਡਾ ਰਿਐਕਸ਼ਨ ਇਹ ਆਉਂਦਾ ਜੀ ਇਹ ਤਾਂ ਇੱਕ ਛੜਯੰਤਰ ਹੈ, ਇਹਨੂੰ ਤਾਂ ਕਿਸੇ ਨੇ ਭੇਜਿਆ ਹੈ, ਇਹ ਜਾਣਬੁੱਝ ਕੇ ਕਮਲੇ ਹੋਣ ਦਾ ਨਾਟਕ ਕਰ ਰਿਹਾ। ਮੈਨੂੰ ਇਹ ਲੱਗਦਾ ਵੀ ਇਹ ਤਿੰਨੇ ਕੇਸਿਸ 'ਚ ਸੁਸਾਈਡ ਹੋ ਗਿਆ, ਚਾਹੇ ਪੇਰੈਂਟਸ ਦਾ ਆਪਣੇ ਬੱਚਿਆਂ ਦਾ ਕਤਲ ਕਰ ਦੇਣਾ ਹੋ ਗਿਆ, ਚਾਹੇ ਬੇਅਦਬੀ ਦੇ ਮਾਮਲੇ ਹੋਣ, ਅਸੀਂ ਸਭ ਤੋਂ ਵੱਡੇ ਫੈਕਟ ਨੂੰ ਇਗਨੋਰ ਕਰ ਰਹੇ ਹਾਂ ਅਤੇ ਬਹੁਤੇ ਵਾਰ ਜਾਣ ਬੁੱਝ ਕੇ ਵੀ ਇਗਨੋਰ ਕਰ ਰਹੇ ਹਾਂ। ਇਹਨਾਂ ਬਿਹੇਵੀਅਰਸ ਦੀ ਜਿਹੜੀ ਸਭ ਤੋਂ ਲੌਜੀਕਲ ਐਕਸਪਲੇਨੇਸ਼ਨ ਹੈ ਉਹ ਇਹ ਹੈ ਕਿ ਇਹ ਸਾਰੀਆਂ ਸਿਚੁਏਸ਼ਨ ਮੈਂਟਲ ਹੈਲਥ ਇਸ਼ੂ ਨਾਲ ਜੁੜੀਆਂ ਹੋਈਆਂ। ਸੋਚ ਕੇ ਦੇਖੋ, ਇੱਕ ਇਨਸਾਨ ਆਪਣੀ ਖੁਦ ਦੀ ਜਾਨ ਲੈ ਲੈਂਦਾ, ਖੁਦ ਦੀ ਜ਼ਿੰਦਗੀ ਤੋਂ ਕੀਮਤੀ ਕੀ ਹੁੰਦਾ, ਤਾਂ ਕਿਤੇ ਨਾ ਕਿਤੇ ਉਹ ਮੈਂਟਲ ਹੈਲਥ ਇਸ਼ੂ ਦਾ ਸ਼ਿਕਾਰ ਸੀਗਾ। ਇੱਕ ਮਾਂ ਆਪਣੇ ਬੱਚੇ ਨੂੰ ਕਿੱਦਾਂ ਮਾਰ ਸਕਦੀ ਹੈ। ਪੋਸਟਮਾਰਟਮ ਡਿਪਰੈਸ਼ਨ ਨਾਮ ਦੀ ਖਾਸ ਕਰਕੇ ਇੱਕ ਚੀਜ਼ ਹੁੰਦੀ ਹੈ ਜਿਹਦੀ ਔਰਤਾਂ ਸ਼ਿਕਾਰ ਹੋ ਜਾਂਦੀਆਂ। ਖਾਸ ਕਿਸਮ ਦਾ ਡਿਪਰੈਸ਼ਨ ਹੁੰਦਾ ਜੋ ਬੱਚੇ ਪੈਦਾ ਹੋਣ ਤੋਂ ਬਾਅਦ ਹੁੰਦਾ। ਮੈਂ ਤੁਹਾਨੂੰ ਸਕਰੀਨ 'ਤੇ ਇੱਕ ਤਸਵੀਰ ਵੀ ਦਿਖਾਊਂਗਾ ਅਤੇ ਜਦੋਂ ਤੁਸੀਂ ਇਹਦੇ ਸਿੰਪਟਮਸ ਪੜ੍ਹੋਗੇ ਤਾਂ ਤੁਹਾਨੂੰ ਹੈਰਾਨੀ ਨਹੀਂ ਹੋਊਗੀ ਕਿ ਇੱਦਾਂ ਦੇ ਕਿੱਸੇ ਹੁੰਦੇ ਆ। ਤੀਸਰੀ ਚੀਜ਼, ਜਿਹੜਾ ਬੇਅਦਬੀਆਂ ਦਾ ਕੇਸ ਹੈ, ਮੈਨੂੰ ਲੱਗਦਾ ਇਹ ਵੀ ਇੱਕ ਮੈਂਟਲ ਹੈਲਥ ਇਸ਼ੂ ਦਾ ਕੇਸ ਹੈ, ਕਿਉਂਕਿ ਤੁਸੀਂ ਕਿਸੇ ਇਨਸਾਨ ਨੂੰ ਕਿੰਨੇ ਵੀ ਪੈਸੇ ਦੇ ਦਿਓ, ਕਿੰਨਾ ਕੁਛ ਵੀ ਕਰ ਦਿਓ, ਜਾਨ ਤੋਂ ਪਿਆਰੀ ਕਿਸੇ ਨੂੰ ਕੋਈ ਚੀਜ਼ ਨਹੀਂ ਹੁੰਦੀ। ਸਿਰਫ ਇੱਕ ਪਾਗਲ ਇਨਸਾਨ ਹੀ ਇੱਦਾਂ ਦੀ ਸਿਚੁਏਸ਼ਨ 'ਚ ਖੁਦ ਨੂੰ ਪਾ ਸਕਦਾ ਜਿੱਥੇ ਉਹਨੂੰ ਪਤਾ ਹੈ ਕਿ ਮੈਨੂੰ ਟੌਰਚਰ ਵੀ ਕੀਤਾ ਜਾ ਸਕਦਾ, ਮੈਨੂੰ ਮਾਰਿਆ ਵੀ ਜਾ ਸਕਦਾ ਅਤੇ ਸਾਰੀ ਸਮਾਜ ਵੀ ਮੇਰਾ ਵਿਰੋਧ ਕਰੂਗੀ। ਦੱਸੋ ਇੱਦਾਂ ਦੇ ਇਨਸਾਨ ਨੂੰ ਉੱਥੋਂ ਕੀ ਫਾਇਦਾ ਮਿਲਣਾ। ਅਸਲ ਵਿੱਚ ਇਹ ਮੈਂਟਲ ਹੈਲਥ ਇਸ਼ੂਜ਼ ਨੇ ਅਤੇ ਅਸੀਂ ਇਹਨੂੰ ਇਗਨੋਰ ਕਰ ਰਹੇ ਹਾਂ। ਨਾ ਸਿਰਫ ਆਮ ਲੋਕ ਇਗਨੋਰ ਕਰ ਰਹੇ ਆ, ਇੱਦਾਂ ਦੇ ਲੋਕ ਜਿਨ੍ਹਾਂ ਨੂੰ ਪਲੈਟਫਾਰਮ ਮਿਲਦਾ ਇਸ ਚੀਜ਼ਾਂ ਬਾਰੇ, ਉਹ ਪੋਸੀਬਲੀ ਗੱਲ ਕਰ ਸਕਦੇ ਆ, ਉਹ ਵੀ ਇਗਨੋਰ ਕਰਦੇ ਆ ਅਤੇ ਕਈ ਵਾਰੀ ਨਕਾਰ ਹੀ ਦਿੰਦੇ ਆ ਕਿ ਮੈਂਟਲ ਹੈਲਥ ਇਸ਼ੂਜ਼ ਵਰਗੀ ਕੋਈ ਚੀਜ਼ ਹੈ। ਜੱਸਾ ਭੱਟੀ ਪੰਜਾਬ ਦੀ ਮਡ ਰੈਸਲਿੰਗ ਦਾ ਇੱਕ ਬਹੁਤ ਰੋਸ਼ਨ ਸਿਤਾਰਾ ਹੈ। ਮੈਂ ਰੀਸੈਂਟਲੀ ਉਹਦੀ ਇੱਕ ਇੰਟਰਵਿਊ ਦੇਖ ਰਿਹਾ ਸੀ। ਪਹਿਲੀ ਚੀਜ਼ ਜੋ ਮੈਂ ਓਬਜ਼ਰਵ ਕੀਤੀ ਹੋਈ ਸੀ ਕਿ ਜੱਸਾ ਭੱਟੀ ਜੋ ਹੈ ਇਹ ਉਹਦੀ ਸੋਚ ਬਹੁਤ ਸੁਲਝੀ ਹੋਈ ਹੈ। ਉਹ ਬੜੇ ਤਰੀਕੇ ਨਾਲ ਆਪਣੀ ਗੱਲ ਕਹਿੰਦਾ ਹੈ ਐਂਡ ਬੜਾ ਕਲੀਅਰ ਹੈਡਡ ਇਨਸਾਨ ਹੈ। ਬਟ ਮੈਨੂੰ ਹੈਰਾਨੀ ਹੋਈ ਕਿ ਮੈਂਟਲ ਹੈਲਥ ਇਸ਼ੂਜ਼ ਬਾਰੇ ਉਹਦਾ ਕੀ ਕਹਿਣਾ ਸੀ। ਤੁਸੀਂ ਇਹ ਵੀਡੀਓ ਦੇਖੋ, ਤੁਹਾਨੂੰ ਵੀ ਪਤਾ ਲੱਗੂਗਾ। ਮੇਰੇ ਖਿਆਲ ਨਾਲ ਜਿੱਦਾਂ ਅੱਜ ਕੱਲ੍ਹ ਕੀ ਆ ਵੀ ਲੋਕਾਂ ਦੇ ਜਿੱਦਾਂ ਹੌਸਲੇ ਛੋਟੇ ਹੋ ਗਏ। ਕੋਈ ਛੋਟੀ ਜਿਹੀ ਗੱਲ ਹੁੰਦੀ ਆਪਾਂ ਉਸੇ ਵੇਲੇ ਆਤਮ ਹੱਤਿਆ ਕਰ ਲਓ, ਮਰ ਗਏ, ਲੁੱਟ ਗਏ। ਇਹ ਅੱਜ ਕੱਲ੍ਹ ਬਹੁਤ ਚੱਲ ਰਿਹਾ ਕੋਈ ਡਿਪਰੈਸ਼ਨ ਫਲਾਣਾ। ਹਾਂ ਯਾਰ, ਕਾਹਦਾ ਡਿਪਰੈਸ਼ਨ ਕੀ ਆ ਹੈ ਨਾ। ਹੁਣ ਜੇ ਆਪਾਂ ਇਹਨਾਂ ਯੋਧਿਆਂ ਸੂਰਮਿਆਂ ਦੀਆਂ ਗੱਲਾਂ ਸੁਣੀਏ ਜਾਂ ਇਹਨਾਂ ਬਾਰੇ ਪੜ੍ਹੀਏ ਅਤੇ ਆਪਾਂ ਤਾਂ ਜ਼ਿੰਦਗੀ 'ਚ ਨਾ ਤਾਂ 1% ਕੰਮ ਕੀਤਾ ਅਤੇ ਨਾ ਹੀ ਮੈਨੂੰ ਲੱਗਦਾ ਵੀ ਆਪਾਂ ਕਰ ਸਕਦੇ ਹਾਂ, ਅਤੇ ਸਾਨੂੰ ਡਿਪਰੈਸ਼ਨ ਕਾਹਦਾ। ਤਾਂ ਦੇਖੋ ਜੀ, ਇਹ ਸਿਰਫ ਜੱਸਾ ਭੱਟੀ ਦੀ ਸੋਚ ਨਹੀਂ ਹੈ।
ਆਪਣਾ ਸਮਾਜ ਦੇ ਬਹੁਤ ਸਾਰੇ ਲੋਕ ਸੋਚਦੇ ਆ ਕਿ ਮੈਂਟਲ ਹੈਲਥ ਇਸ਼ੂ ਕੋਈ ਚੀਜ਼ ਹੀ ਹੈ ਨਹੀਂ ਗੀ। ਸਾਨੂੰ ਇਸ ਬਾਰੇ ਬਹੁਤ ਜ਼ਿਆਦਾ ਚਿੰਤਿਤ ਹੋਣ ਦੀ ਜ਼ਰੂਰਤ ਹੈ ਕਿ ਅਸੀਂ ਉਦੋਂ ਕਦਮ ਚੁੱਕਣੇ ਸ਼ੁਰੂ ਕਰਾਂਗੇ ਜਾਂ ਉਦੋਂ ਜਾਗਰੂਕਤਾ ਫੈਲਾਉਣੀ ਹੈ, ਇਸ ਮੁੱਦੇ 'ਤੇ ਗੱਲ ਕਰਨੀ ਸ਼ੁਰੂ ਕਰਾਂਗੇ ਜਦੋਂ ਸਾਡੀ ਅਗਲੀ ਪੀੜ੍ਹੀ ਇਹਦਾ ਸ਼ਿਕਾਰ ਹੋਣ ਲੱਗ ਗਈ। ਖੈਰ, ਚੌਥੀ ਆਬਜ਼ਰਵੇਸ਼ਨ ਇਹ ਹੈ ਕਿ ਆਮ ਤੌਰ 'ਤੇ ਕੀ ਹੁੰਦਾ, ਦੇਖੋ ਜੀ, ਜਦੋਂ ਆਪਾਂ ਦੋ ਵਿਰੋਧਾਭਾਸੀ ਖਿਆਲ ਮਨ 'ਚ ਰੱਖਦੇ ਹਾਂ ਤਾਂ ਸਾਨੂੰ ਉਹਦੇ ਵਿੱਚ ਚੋਇਸ ਕਰਨੀ ਪੈਂਦੀ ਹੈ। ਅਸੀਂ ਦੋ ਖਿਆਲ ਨਹੀਂ ਰੱਖ ਸਕਦੇ ਇਕੱਠੇ। ਉਦਾਹਰਨ ਦੇ ਤੌਰ 'ਤੇ ਜਾਂ ਤਾਂ ਤੁਸੀਂ ਸੋਚ ਸਕਦੇ ਹੋ ਮੈਂ ਇੱਕ ਚੰਗਾ ਇਨਸਾਨ ਹੈ, ਮਾੜਾ ਇਨਸਾਨ ਹੈ। ਦੋਨੇ ਖਿਆਲ ਇਕੱਠੇ ਰੱਖਣੇ ਬਹੁਤ ਮੁਸ਼ਕਿਲ ਹੈ। ਜਾਂ ਮੈਂ ਇੱਕ ਜਾਗਰੂਕ ਗ੍ਰਾਹਕ ਹਾਂ ਅਤੇ ਮੈਂ ਆਹ ਚੀਜ਼ 'ਚ ਠੱਗੀ ਖਾ ਲਈ। ਇਹ ਦੋਨੇ ਖਿਆਲ ਇੱਕ ਦੂਜੇ ਨਾਲ ਫਿੱਟ ਨਹੀਂ ਹੁੰਦੇ। ਇਸ ਕਰਕੇ ਜਦੋਂ ਵੀ ਤੁਸੀਂ ਠੱਗੀ ਖਾਂਦੇ ਹੋ ਤੁਹਾਨੂੰ ਬੜੀ ਚੁਭਦੀ ਹੈ, ਸਿਰਫ ਇਸ ਕਰਕੇ ਨਹੀਂ ਕਿਉਂਕਿ ਤੁਹਾਡੇ ਪੈਸੇ ਗਏ, ਬਲਕਿ ਇਸ ਕਰਕੇ ਕਿ ਤੁਹਾਡੀ ਉਹ ਇਮੇਜ ਕਿ ਮੈਂ ਇੱਕ ਜਾਗਰੂਕ ਗ੍ਰਾਹਕ ਹਾਂ ਭੰਗ ਹੁੰਦੀ ਹੈ। ਇਹ ਜਿਹੜੀ ਚੀਜ਼ ਹੈ ਇਨਸਾਨੀ ਦਿਮਾਗ ਬਾਰੇ, ਇਹ ਕੌਨਸਟੈਂਟ ਹੈ। ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਹਾਂ ਵੀ ਇੱਦਾਂ ਦਾ ਕੋਈ ਵਿਰੋਧਾਭਾਸ ਸਾਡੇ ਦੋ ਖਿਆਲਾਂ 'ਚ ਨਾ ਹੋਵੇ। ਲੇਕਿਨ ਸਾਡੀ ਜ਼ਿੰਦਗੀ ਦਾ ਸਭ ਤੋਂ ਇੱਕ ਵੱਡਾ ਵਿਰੋਧਾਭਾਸ ਇਹ ਹੈ ਵੀ ਸਾਡੀ ਜ਼ਿੰਦਗੀ ਸਭ ਤੋਂ ਜ਼ਿਆਦਾ ਇਨਸਿਗਨੀਫੀਕੈਂਟ ਚੀਜ਼ ਵੀ ਹੈ ਅਤੇ ਸਭ ਤੋਂ ਜ਼ਿਆਦਾ ਪ੍ਰੀਸ਼ੀਅਸ ਚੀਜ਼ ਵੀ ਹੈ। ਸਾਡੀ ਜ਼ਿੰਦਗੀ ਦਾ ਕੋਈ ਵੀ ਮਾਇਨੇ ਨਹੀਂ ਹੈ ਇੱਕ ਪਾਸੇ, ਅਤੇ ਸਾਡੀ ਜ਼ਿੰਦਗੀ ਦੇ ਤੋਂ ਜ਼ਿਆਦਾ ਕਿਸੇ ਚੀਜ਼ ਦੇ ਮਾਇਨੇ ਵੀ ਨਹੀਂ ਹੈ। ਮੈਨੂੰ ਪਤਾ ਮੈਂ ਤੁਹਾਨੂੰ ਕਨਫਿਊਜ਼ ਕਰਤਾ ਹੈ, ਥੋੜ੍ਹੀ ਜਿਹੀ ਫਿਲਾਸਫੀਕਲ ਗੱਲ ਹੈ। ਪਹਿਲੀ ਗੱਲ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਜਦੋਂ ਮੈਂ ਕਹਿਣਾ ਸਾਡੀ ਜ਼ਿੰਦਗੀ ਬੇਮਾਇਨੇ ਹੈ, ਇਹਦੇ ਕੋਈ ਮਾਇਨੇ ਨਹੀਂ ਹੈ, ਤਾਂ ਮੈਂ ਇਹ ਨੈਗੇਟਿਵ ਸੈਂਸ 'ਚ ਨਹੀਂ ਕਹਿ ਰਿਹਾ। ਅਤੇ ਜਦੋਂ ਮੈਂ ਕਹਿਣਾ ਵੀ ਜ਼ਿੰਦਗੀ ਤੋਂ ਕੁਝ ਵੀ ਕੀਮਤੀ ਨਹੀਂ ਹੈ, ਤਾਂ ਇਹ ਮੈਂ ਪੋਜ਼ਿਟਿਵ ਸੈਂਸ 'ਚ ਨਹੀਂ ਕਹਿ ਰਿਹਾ। ਮੇਰੀ ਇੱਕ ਨਿਊਟਰਲ ਆਬਜ਼ਰਵੇਸ਼ਨ ਹੈ। ਇੱਕ ਪਾਸੇ ਦੇਖਿਆ ਜਾਵੇ ਤਾਂ ਤੁਸੀਂ ਸੋਚ ਕੇ ਦੇਖੋ, ਜਦੋਂ ਤੁਸੀਂ ਨਹੀਂ ਸੀ ਜੰਮੇ ਜ਼ਿੰਦਗੀ ਉਦੋਂ ਵੀ ਚੱਲ ਰਹੀ ਸੀ, ਅਤੇ ਜਦੋਂ ਤੁਸੀਂ ਮਰ ਜਾਣਾ ਜ਼ਿੰਦਗੀ ਉਦੋਂ ਵੀ ਚੱਲਦੀ ਰਹੂਗੀ। ਹੁਣ ਇਹ ਛੋਟੀ ਜਿਹੀ ਜ਼ਿੰਦਗੀ ਦੌਰਾਨ ਤੁਸੀਂ ਬੜਕਾਂ ਮਾਰਦੇ ਰਹੋ, ਤੁਸੀਂ ਕਿੰਨਾ ਹੀ ਘਮੰਡ ਕਰਦੇ ਰਹੋ ਕਿ ਮੈਂ ਪਤਾ ਨਹੀਂ ਕਿੰਨਾ ਖਾਸ ਹਾਂ, ਮੈਂ ਪਤਾ ਨਹੀਂ ਕਿ ਬ੍ਰਹਿਮੰਡ ਦਾ ਕੇਂਦਰ ਬਿੰਦੂ ਹਾਂ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੱਚਾਈ ਇਹ ਹੈ ਕਿ ਜ਼ਿੰਦਗੀ, ਲਾਈਫ ਕੰਟੀਨਿਊਸ, ਤੁਹਾਡੇ ਤੋਂ ਬਿਨਾਂ ਵੀ ਚੱਲ ਰਹੀ ਸੀ, ਤੁਹਾਡੇ ਤੋਂ ਬਾਅਦ ਵੀ ਚੱਲਦੀ ਰਹੂਗੀ। ਦੋ ਕੁ ਪੀੜ੍ਹੀਆਂ ਅੱਗੇ ਚਲੇ ਜਾਓ, ਤੁਹਾਡੇ ਪੋਤੇ ਪੜਪੋਤਿਆਂ ਨੂੰ ਪਤਾ ਵੀ ਨਹੀਂ ਹੋਣਾ ਸ਼ਾਇਦ ਵੀ ਤੁਸੀਂ ਐਗਜ਼ਿਸਟ ਵੀ ਸੀ ਕਰਦੇ। ਦੂਸਰੀ ਚੀਜ਼ ਤੁਸੀਂ ਇਹ ਦੇਖੋ ਕਿ ਬ੍ਰਹਿਮੰਡ ਕਿੰਨਾ ਵੱਡਾ ਹੈ। ਉਹਦੇ ਸਾਡੇ ਸੋਲਰ ਸਿਸਟਮ ਇੱਕ ਬਿੰਦੀ ਦੀ ਤਰ੍ਹਾਂ ਵੀ ਨਹੀਂ ਹੈ, ਅਤੇ ਉਹਦੇ 'ਚ ਫਿਰ ਸਾਡੀ ਧਰਤੀ ਅਤੇ ਉਹਦੇ 'ਤੇ ਕੀੜੀ ਦੀ ਤਰ੍ਹਾਂ ਮੈਂ ਤੁਰਿਆ ਫਿਰਦਾ। ਜਦੋਂ ਅਸੀਂ ਇਸ ਪਰਸਪੈਕਟਿਵ ਤੋਂ ਜ਼ਿੰਦਗੀ ਨੂੰ ਦੇਖਦੇ ਹਾਂ ਤਾਂ ਪਤਾ ਲੱਗਦਾ ਸਾਡੀ ਜ਼ਿੰਦਗੀ ਦੇ ਕੋਈ ਮਾਇਨੇ ਨਹੀਂ ਹੈਗੇ, ਸਾਡੀ ਜ਼ਿੰਦਗੀ ਦਾ ਕੋਈ ਮਤਲਬ ਹੀ ਨਹੀਂ ਹੈਗਾ, ਇਹਦੀ ਕੋਈ ਇੰਪੋਰਟੈਂਸ ਹੀ ਨਹੀਂ ਹੈਗੀ। ਬਟ ਐਟ ਦ ਸੇਮ ਟਾਈਮ ਜਦੋਂ ਅਸੀਂ ਆਪਣੇ ਦਿਲ ਨੂੰ ਸਵਾਲ ਕਰਦੇ ਹਾਂ ਕਿ ਸਾਡੇ ਲਈ ਸਭ ਤੋਂ ਜ਼ਿਆਦਾ ਕੀਮਤੀ ਕੀ ਹੈ, ਤਾਂ ਇਹ ਸੱਚਾਈ ਹੈ ਕਿ ਸਭ ਤੋਂ ਜ਼ਿਆਦਾ ਕੀਮਤ ਮੇਰੇ ਲਈ ਮੇਰੀ ਹੈ, ਮੇਰੇ ਪਰਿਵਾਰ ਦੀ ਹੈ, ਮੇਰੇ ਸੁਪਨਿਆਂ ਦੀ ਹੈ, ਠੀਕ ਹੈ, ਮੇਰੀ ਸਟਰਗਲਸ ਦੀ ਹੈ। ਤਾਂ ਜਿਹੜੀ ਮੇਰੀ ਇੱਕ ਨਿੱਜੀ ਕਹਾਣੀ ਹੈ ਉਹ ਮੇਰੀ ਜ਼ਿੰਦਗੀ ਦਾ ਕੇਂਦਰ ਬਿੰਦੂ ਵੀ ਹੈ, ਮੇਰੀ ਜ਼ਿੰਦਗੀ ਦੀ ਸਭ ਤੋਂ ਇੰਪੋਰਟੈਂਟ ਚੀਜ਼ ਵੀ ਹੈ। ਬਟ ਐਟ ਦ ਸੇਮ ਟਾਈਮ ਜਦੋਂ ਮੈਂ ਇੱਕ ਕਦਮ ਪਿੱਛੇ ਹਟ ਕੇ ਉਹਨੂੰ ਦੇਖਦਾ ਤਾਂ ਪਤਾ ਲੱਗਦਾ ਵੀ ਇਹਦੇ ਕੋਈ ਮਾਇਨੇ ਵੀ ਹੈ ਨਹੀਂਗੇ। ਹਰ ਤਰ੍ਹਾਂ ਦੀ ਜ਼ਿੰਦਗੀ ਕੱਟ ਕੇ ਲੋਕ ਮਰ ਚੁੱਕੇ ਨੇ, ਪਰ ਜਦੋਂ ਜ਼ਿੰਦਗੀ ਖਤਮ ਹੋ ਜਾਂਦੀ ਹੈ ਸਭ ਕੁਝ ਬਰਾਬਰ ਹੋ ਜਾਂਦਾ। ਅੱਛਾ, ਹੈਰਾਨੀਜਨਕ ਗੱਲ ਇਹ ਹੈ ਕਿ ਇਹ ਦੋਨੇ ਵਿਊਜ਼ ਇਕੱਠੇ ਐਗਜ਼ਿਸਟ ਕਰਦੇ ਆ। ਤੁਸੀਂ ਜ਼ਿਆਦਾਤਰ ਇਨਸਾਨਾਂ ਨੂੰ ਜੇ ਦੋਨੇ ਸਵਾਲ ਕਰੋਗੇ, ਉਹ ਦੋਨਾਂ ਨਾਲ ਸਹਿਮਤ ਹੋਣਗੇ। ਉਹ ਇਹ ਵੀ ਮੰਨ ਲੈਣਗੇ ਕਿ ਮੇਰੇ ਲਈ ਮੇਰੀ ਜ਼ਿੰਦਗੀ ਦੀ ਬਹੁਤ ਕੀਮਤ ਹੈ, ਤਾਂ ਇਹ ਵੀ ਸਮਝਾ ਸਕਦੇ ਆ ਤੁਹਾਨੂੰ ਕਿ ਔਨ ਅ ਲੈਵਲ ਆਫ ਯੂਨੀਵਰਸ ਜ਼ਿੰਦਗੀ ਦੇ ਕੋਈ ਮਾਇਨੇ ਨਹੀਂ ਹੈਗੇ। ਇਹ ਫਿਲਾਸਫੀਕਲ ਗੱਲ ਸੀ। ਜੇ ਤੁਹਾਡਾ ਟੇਸਟ ਫਿਲਾਸਫੀ ਵਾਲਾ ਤਾਂ ਤੁਹਾਨੂੰ ਚੰਗੀ ਲੱਗੀ ਹੋਣੀ। ਖੈਰ, ਅੱਜ ਦੀ ਵੀਡੀਓ 'ਚ ਇਹੀ 4 ਆਬਜ਼ਰਵੇਸ਼ਨਸ ਮੈਂ ਸ਼ੇਅਰ ਕਰਨਾ ਚਾਹੁੰਦਾ ਸੀ। ਉਮੀਦ ਕਰਦਾ ਕੁਝ ਨਾਲ ਤੁਸੀਂ ਰਿਲੇਟ ਕਰ ਪਾਏ ਹੋਗੇ। ਤੁਹਾਡੇ ਕਮੈਂਟਸ ਦੀ ਉਡੀਕ ਰਹੂਗੀ ਜੀ। ਤਾਂ ਮਿਲਦੇ ਹਾਂ ਅਗਲੀ ਵੀਡੀਓ 'ਚ।